ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸਿਮਰਤ ਕੌਰ ਤੇ ਆਓ ਖਬਰਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਨਜ਼ਰ ਅੱਜ ਦੀਆਂ ਕੁਝ ਖਾਸ ਹੈਡਲਾਈਨਸ ਤੇ। ਕੋਵਿਡ-19 ਦੇ ਨਵੇਂ ਵੇਰੀਐਂਟ ਦਾ ਕਹਿਰ ਲਗਾਤਾਰ ਜਾਰੀ। ਸਿਹਤ ਅਧਿਕਾਰੀਆਂ ਦਾ ਕਹਿਣਾ ਬੂਸਟਰ ਸ਼ਾਟਸ ਦੀ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਵਰਤੋਂ। ਟੋਰਾਂਟੋ ਡਾਊਨਟਾਊਨ ਵਿੱਚ ਦਿਨ ਦਿਹਾੜੇ ਹੋਇਆ ਹਮਲਾ। ਜਾਨਲੇਵਾ ਹਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਹੋਈ ਮੌਤ। ਕੈਨੇਡਾ ਵਿੱਚ ਰਹਿਣ ਵਾਲੇ ਜਿਮੀ ਸੰਧੂ ਦੀ ਥਾਈਲੈਂਡ ਵਿੱਚ ਮੌਤ ਦਾ ਮਾਮਲਾ। RCMP ਨੇ ਕਿਹਾ ਕਾਤਲਾਂ ਦਾ ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ। ਬਜ਼ੁਰਗਾਂ ਲਈ ਫੈਮਿਲੀ ਡਾਕਟਰ ਲੱਭਣਾ ਹੋ ਰਿਹਾ ਮੁਸ਼ਕਿਲ। ਪਰਿਵਾਰਕ ਡਾਕਟਰਾਂ ਦੀ ਸਪਲਾਈ ਨੂੰ ਵਧਾਉਣ ਲਈ ਕੰਮ ਜਾਰੀ। ਕੈਨੇਡਾ ਦੇ ਪ੍ਰੀਮੀਅਰਸ ਦੀ ਦਿਖਾਈ ਦਿੱਤੀ ਇਕਜੁੱਟਤਾ। ਪ੍ਰੋਵਿੰਸ ਦੀ ਮੰਗ ਓਟਾਵਾ ਸਿਹਤ ਸੰਭਾਲ ਖਰਚਿਆਂ ਵਿੱਚ ਵਧਾਏ ਆਪਣਾ ਹਿੱਸਾ। ਰੁਕ ਕਰਦੇ ਪਹਿਲੀ ਖਬਰ ਦਾ। ਕੋਵਿਡ-19 ਦੇ ਵੇਰੀਐਂਟ XBB 1.5 ਦਾ ਕਹਿਰ ਹਾਲੇ ਵੀ ਜਾਰੀ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਬੂਸਟਰ ਸ਼ਾਟ ਲੈਣਾ ਚਾਹੀਦਾ ਹੈ। ਕਿਹਾ ਜਾ ਰਿਹਾ ਹੈ ਕਿ 80% ਕੈਨੇਡੀਅਨਸ ਨੇ ਵੈਕਸੀਨ ਦੀਆਂ ਕੈਨੇਡਾ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਉੱਚ ਪ੍ਰਸਾਰਿਤ ਨਵੇਂ ਕੋਵਿਡ-19 ਵੇਰੀਐਂਟ XBB 1.5 ਦੀਆਂ ਖੋਜਾਂ ਕੈਨੇਡਾ ਵਿੱਚ ਲਗਾਤਾਰ ਵਧ ਰਹੀਆਂ ਨੇ, ਪਰ ਅਜੇ ਤੱਕ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਲਾਗਾਂ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਨੇ। ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟੈਮ ਦਾ ਕਹਿਣਾ ਹੈ ਕਿ ਇਹ ਨਵਾਂ ਓਮਿਕਰੋਨ ਵੇਰੀਐਂਟ ਜੋ ਕਿ ਸੰਯੁਕਤ ਰਾਜ ਅਤੇ ਯੂਰਪ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। 25 ਦਸੰਬਰ ਦੇ ਹਫ਼ਤੇ ਵਿੱਚ 2.5% ਨਵੇਂ ਕੋਵਿਡ-19 ਸੰਕਰਮਣ ਵਿੱਚ ਕੈਨੇਡਾ 'ਚ ਘੁੰਮ ਰਿਹਾ ਸੀ। ਇਹ ਅਨੁਪਾਤ ਉਦੋਂ ਤੋਂ ਵੱਧ ਕੇ ਨਵੇਂ ਕੋਵਿਡ-19 ਸੰਕਰਮਣਾਂ ਦੇ ਲਗਭਗ 7% ਹੋ ਗਿਆ, ਪਰ ਇਹ ਅਣਜਾਣ ਹੈ ਕਿ ਇਹ ਕੈਨੇਡਾ ਵਿੱਚ ਪ੍ਰਮੁੱਖ ਤਣਾਅ ਬਣ ਜਾਵੇਗਾ, ਜਿਵੇਂ ਕਿ ਇਹ ਸੰਯੁਕਤ ਰਾਜ ਦੇ ਉੱਤਰ ਪੂਰਬੀ ਹਿੱਸੇ ਵਿੱਚ ਹੈ। ਟੈਮ ਨੇ ਸ਼ੁੱਕਰਵਾਰ ਨੂੰ ਓਟਾਵਾ ਵਿੱਚ ਇੱਕ ਬਰੀਫਿੰਗ ਦੌਰਾਨ ਕਿਹਾ, ਇਸ ਸਮੇਂ ਕੇਸਾਂ ਦੀ ਸੰਪੂਰਨ ਸੰਖਿਆ ਵਿੱਚ ਵਾਧਾ ਨਹੀਂ ਹੋ ਰਿਹਾ, ਨਾ ਹੀ ਇਸ ਜਾਂ ਫਿਰ ਹੋਰ ਨਵੇਂ ਰੂਪਾਂ ਨਾਲ ਵਧੀ ਕੋਈ ਹੋਰ ਗੰਭੀਰਤਾ ਦਾ ਕੋਈ ਸਬੂਤ ਹੈ। 2022 ਵਿੱਚ ਓਮਿਕਰੋਨ ਵੇਰੀਐਂਟ ਨੇ ਨਤੀਜੇ ਵਜੋਂ ਕੈਨੇਡਾ 'ਚ ਹੁਣ ਤੱਕ ਸਭ ਤੋਂ ਵੱਧ ਸੰਕਰਮਿਤ ਹੋਏ ਨੇ। ਖੁਸ਼ਕਿਸਮਤੀ ਨਾਲ ਸਮੇਂ ਦੇ ਨਾਲ ਗੰਭੀਰ ਨਤੀਜਿਆਂ ਵਿੱਚ ਕਮੀ ਵੱਲ ਇੱਕ ਆਮ ਰੁਝਾਨ ਰਿਹਾ, ਜਿਵੇਂ ਕਿ ਹਸਪਤਾਲ 'ਚ ਦਾਖਲ ਮਰੀਜ਼ਾਂ ਵਿੱਚ ਗੰਭੀਰ ਦੇਖਭਾਲ ਦੇ ਦਾਖਲੇ ਅਤੇ ਮੌਤਾਂ ਦਾ ਕੇਸ। XBB 1.5 ਓਮਿਕਰੋਨ ਸਬ ਵੇਰੀਐਂਟ XBB ਦਾ ਇੱਕ ਉਪਵੰਸ਼ ਹੈ ਅਤੇ ਵਿਸ਼ਵ ਸਿਹਤ ਸੰਗਠਨ ਯਾਨੀ WHO ਦੁਆਰਾ ਹੁਣ ਤੱਕ ਸਭ ਤੋਂ ਵੱਧ ਪ੍ਰਸਾਰਿਤ ਕੋਵਿਡ-19 ਰੂਪ ਮੰਨਿਆ ਜਾ ਰਿਹਾ ਹੈ। ਤਾਜ਼ਾ ਕੇਸ ਡੇਟਾ ਦਿਖਾਉਂਦਾ ਹੈ ਕਿ ਕੋਵਿਡ-19 ਗਤੀਵਿਧੀ ਦੇਸ਼ ਭਰ ਵਿੱਚ ਉਤਰਾਅ ਚੜਾਅ ਜਾਰੀ ਹੈ, ਪਰ ਇਨਫਲੂਐਂਜ਼ਾ ਅਤੇ ਸਾਹ ਲੈਣ ਵਾਲੇ ਸਿੰਸੀਟੀਅਲ ਵਾਇਰਸ RSV ਦੋਵੇਂ ਸੰਭਾਵਿਤ ਮੌਸਮੀ ਪੱਧਰਾਂ ਵਿੱਚ ਸੈਟਲ ਹੋ ਗਏ ਨੇ। ਡਿਪਟੀ ਚੀਫ ਪਬਲਿਕ ਹੈਲਥ ਅਫਸਰ ਡਾਕਟਰ ਹਾਵਰਡ ਨੇ ਕਿਹਾ ਕਿ ਹਾਲਾਂਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ, ਕੈਨੇਡਾ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ। ਟੈਮ ਨੇ ਅੱਗੇ ਕਿਹਾ ਕਿ ਦੇਸ਼ ਭਰ ਦੇ ਸਿਹਤ ਸੰਭਾਲ ਪ੍ਰਣਾਲੀਆਂ ਉੱਤੇ ਮਹੱਤਵਪੂਰਨ ਦਬਾਅ ਬਣਿਆ ਹੋਇਆ ਹੈ। ਦੇਸ਼ ਭਰ ਵਿੱਚ ਨਾਜ਼ੁਕ ਸਟਾਫ ਦੀ ਘਾਟ ਦੇ ਕਾਰਨ, ਜਿਸ ਦਾ ਮਤਲਬ ਹੈ ਕਿ ਬਿਮਾਰੀ ਵਿੱਚ ਅਚਾਨਕ ਵਾਧਾ ਹਸਪਤਾਲਾਂ ਅਤੇ ਸਿਹਤ ਕਰਮਚਾਰੀਆਂ ਉੱਤੇ ਕਾਫੀ ਪ੍ਰਭਾਵ ਪਵੇਗਾ। ਨੈਸ਼ਨਲ ਐਡਵਾਈਜ਼ਰੀ ਕਮੇਟੀ ਆਫ ਇਮਿਊਨਾਈਜੇਸ਼ਨ NACI ਨੇ ਆਪਣੀ 2022 ਦੀ ਸਲਾਹ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਇੱਕ ਅਪਡੇਟ ਕੀਤੇ ਦਿਸ਼ਾ ਨਿਰਦੇਸ਼ ਪ੍ਰਕਾਸ਼ਿਤ ਕੀਤੇ, ਜਿਸ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਸਾਰੇ ਕੈਨੇਡੀਅਨਸ ਜਿਨ੍ਹਾਂ ਨੂੰ ਅਜੇ ਤੱਕ ਬੂਸਟਰ ਸ਼ਾਟ ਨਹੀਂ ਮਿਲੀ ਹੈ ਹੁਣ ਇੱਕ ਖੁਰਾਕ ਲੈਣੀ ਚਾਹੀਦੀ ਹੈ, ਜਦੋਂ ਕਿ 80% ਤੋਂ ਵੱਧ ਕੈਨੇਡੀਅਨਾਂ ਨੇ ਵੈਕਸੀਨ ਦੀਆਂ ਪਹਿਲੀਆਂ 2 ਖੁਰਾਕਾਂ ਪ੍ਰਾਪਤ ਕੀਤੀਆਂ ਨੇ। ਸਿਰਫ 22% ਨੇ ਪਿਛਲੇ 6 ਮਹੀਨਿਆਂ ਵਿੱਚ ਇੱਕ ਬੂਸਟਰ ਪ੍ਰਾਪਤ ਕੀਤਾ ਹੈ, ਜੋ ਕਿ ਵਾਇਰਸ ਦੇ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੁਰਾਕਾਂ ਲਈ ਸਿਫਾਰਿਸ਼ ਕਰਦਾ ਹੈ। ਟੈਮ ਨੇ ਕਿਹਾ ਕਿ ਵਾਇਰਸ ਦੇ ਵਿਗਿਆਨਿਕ ਅਧਿਐਨਾਂ ਨੇ ਦਿਖਾਇਆ ਕਿ ਇਮਿਊਨਿਟੀ ਭਾਵੇਂ ਇਨਫੈਕਸ਼ਨ ਜਾਂ ਟੀਕਾਕਰਨ ਦੁਆਰਾ ਹਾਸਲ ਕੀਤੀ ਗਈ ਹੋਵੇ, ਸਮੇਂ ਦੇ ਨਾਲ ਘਟ ਜਾਂਦੀ ਹੈ। ਇਸ ਲਈ ਵਧੇਰੇ ਕੈਨੇਡੀਅਨਾਂ ਨੂੰ ਹਲਾਰਾ ਪ੍ਰਾਪਤ ਕਰਨ ਲਈ ਬਾਰੇ ਸੋਚਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਜਾਰੀ ਪਰਿਵਰਤਨ ਅਤੇ ਵਾਇਰਸ ਦੇ ਨਵੇਂ ਰੂਪ ਵੀ ਕੋਵਿਡ-19 ਵਿਰੁੱਧ ਚੱਲ ਰਹੀ ਚੌਕਸੀ ਅਤੇ ਸੁਰੱਖਿਆ ਦੇ ਮਹੱਤਵ ਤੇ ਰੇਖਾਂਕਿਤ ਕਰਦੇ ਨੇ। ਟੈਮ ਨੇ ਕਿਹਾ ਕਿ ਸਾਡੇ ਕੋਲ ਅਜੇ ਵੀ 65 ਤੋਂ ਵੱਧ ਉਮਰ ਦੀ ਆਬਾਦੀ ਲਈ ਜਾਣ ਦਾ ਇੱਕ ਰਸਤਾ ਹੈ। ਇਹਨਾਂ ਵਿੱਚੋਂ ਲਗਭਗ ਅੱਧੇ ਨੂੰ ਪੂਰਾ ਬੂਸਟਰ ਨਹੀਂ ਮਿਲਿਆ, ਜਿਸ ਲਈ ਕੁਝ ਕੰਮ ਕਰਨ ਦੀ ਲੋੜ ਹੈ। ਪਿਛਲੇ ਕਈ ਸਾਲਾਂ ਵਿੱਚ ਹੋਏ ਲਾਭਾਂ ਨੂੰ ਛੱਡਣਾ ਨਹੀਂ ਚਾਹੀਦਾ, ਜਿਸ ਵਿੱਚ ਐਂਟੀਵਾਇਰਲ ਵਿਕਾਸ ਦੀਆਂ ਨਿਗਰਾਨੀ ਪ੍ਰਣਾਲੀਆਂ ਵੀ ਸ਼ਾਮਿਲ ਨੇ। ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਹੁਣ ਇਸ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਬਚੀ ਹੈ। First update of 2023. I hope that everyone had an enjoyable holiday season.
Public health activities have raised everyone's awareness of healthy habits and ways of living. Let's capitalize on that and focus on preparedness for future public health events, including protecting ourselves from COVID-19 and other circulating respiratory viruses. The latest data indicates that COVID-19 activity continues to fluctuate across the country, while both influenza and RSV have settled into expected seasonal levels. However, the healthcare sector is still recovering from the pressures of these viruses in our population. For this reason, it is still important to do everything we can to prevent severe illness. In its statement released today, the National Advisory Committee on Immunization, or NACI, reminds us that booster doses of COVID-19 vaccine are an effective tool to reduce the risk of severe illness and death. Taking measures that reduce the likelihood of hospitalization remains important for all of us, since it subsequently affects health system capacity. If a full booster was recommended for you and you haven't got it yet, now is a good time to get a bivalent booster. As we continue to monitor national and international data, including COVID-19 disease rates, but also contextual information like the level of immunity in the population, we are seeing an increase in the proportion of sequence detections associated with the XBB.1.5 variant. Through whole genome sequencing of clinical specimens, XBB.1.5 is known to have been circulating in Canada at 2.5% during the week of December the 25th to January the 2nd. This proportion is projected to rise to approximately 7% in Canada by mid-January. While XBB variants are expected to increase in Canada, it is not known whether they will become the dominant lineage. Nationally, the absolute number of cases is not surging at this time, nor is there evidence of increased severity with this or other new variants. In 2022, the Omicron variant resulted in the highest numbers of infections in Canada to date. Fortunately, over time, there has been a general trend towards decreased severe outcomes, such as critical care admissions and deaths among hospitalized patients. This may reflect the impact of vaccines and infection-induced immunity, changes in the characteristics of the people infected, and changes in circulating strains. Like the winter weather, it can be difficult to predict exactly what we're going to see next, but we do know it's too early to put away our winter coats and boots. Similarly, it's still too early to stop taking the personal protective measures that have helped us weather the COVID storm. At this time of New Year resolutions, public health remains resolute in our commitment to fostering health within our populations by promoting health, preventing disease, illness, and injury to achieve optimal health and well-being for all people living in Canada. ਉੱਥੇ ਟੋਰਾਂਟੋ ਦੇ ਡਾਊਨਟਾਊਨ ਵਿੱਚ ਦਿਨ ਦਿਹਾੜੇ ਹਮਲਾ ਹੋਇਆ ਹੈ, ਜਿਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ 70 ਜਾਂ 80 ਦੇ ਦਹਾਕੇ ਦੀ ਇੱਕ ਔਰਤ ਉਸ ਵੇਲੇ ਸ਼ਹਿਰ ਵਿੱਚ ਸੈਰ ਕਰ ਰਹੀ ਸੀ ਜਦੋਂ ਉਹਨੂੰ ਜ਼ਮੀਨ ਉੱਤੇ ਧੱਕਾ ਦੇ ਦਿੱਤਾ ਗਿਆ। ਮੌਕੇ ਤੋਂ ਫਰਾਰ ਕਾਤਿਲ ਲਗਭਗ 1 ਘੰਟੇ ਬਾਅਦ ਰਿਚਮੰਡ ਸਟਰੀਟ ਵਿੱਚ ਫੜਿਆ ਗਿਆ। ਇਸ ਮਾਮਲੇ ਵਿੱਚ ਕੀ ਕਹਿਣਾ ਟੋਰਾਂਟੋ ਦੇ ਮੇਅਰ ਜੌਨ ਟੋਰੀ ਦਾ, ਦੇਖੋ ਇਸ ਰਿਪੋਰਟ ਵਿੱਚ। ਸ਼ੁੱਕਰਵਾਰ ਨੂੰ ਦਿਨ ਦਿਹਾੜੇ ਟੋਰਾਂਟੋ ਡਾਊਨਟਾਊਨ ਵਿੱਚ ਹੋਇਆ ਇੱਕ ਹਮਲਾ, ਜਿਹਦੇ ਬਾਅਦ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਆਦਮੀ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ 70 ਜਾਂ 80 ਦੇ ਦਹਾਕੇ ਦੀ ਇੱਕ ਔਰਤ ਯੋਂਗ ਅਤੇ ਕਿੰਗ ਸਟਰੀਟ ਦੇ ਆਮ ਤੌਰ ਉੱਤੇ ਵਿਆਸਤ ਚੌਰਾਹੇ ਦੇ ਨੇੜੇ ਸਵੇਰੇ 11:40 ਦੇ ਕਰੀਬ ਸ਼ਹਿਰ ਦੇ ਵਿੱਤੀ ਜ਼ਿਲ੍ਹੇ ਵਿੱਚ ਸੈਰ ਕਰ ਰਹੀ ਸੀ ਜਦੋਂ ਉਸਨੂੰ ਕਥਿਤ ਤੌਰ ਉੱਤੇ ਜ਼ਮੀਨ ਉੱਤੇ ਧੱਕਾ ਦੇ ਦਿੱਤਾ ਗਿਆ। ਉਹਦੇ ਬਾਅਦ ਉਹਦੇ ਸਿਰ ਅਤੇ ਚਿਹਰੇ ਉੱਤੇ ਸੱਟ ਲੱਗ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਜਵਾਬ ਦੇਣ ਵਾਲੇ ਤੁਰੰਤ ਪਹੁੰਚੇ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਔਰਤ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਦੁਪਹਿਰ ਇਲਾਕੇ ਦੇ ਇੱਕ ਰੈਸਟੋਰੈਂਟ ਦੇ ਸਾਹਮਣੇ ਖੂਨ ਦਾ ਇੱਕ ਪੂਲ ਦੇਖਿਆ ਗਿਆ। ਟੋਰਾਂਟੋ ਪੁਲਿਸ ਦੇ ਇੰਸਪੈਕਟਰ ਕ੍ਰੇਗ ਯੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ
ਜੋ ਕਿ ਉਸ ਦੀ ਉਮਰ 30 ਵਿੱਚ ਮੰਨਿਆ ਜਾਂਦੀ ਹੈ, ਕਥਿਤ ਤੌਰ ਉੱਤੇ ਮੌਕੇ ਤੋਂ ਭੱਜ ਗਿਆ ਸੀ ਅਤੇ ਲਗਭਗ 1 ਘੰਟੇ ਬਾਅਦ ਰਿਚਮੰਡ ਸਟਰੀਟ ਨੇੜੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਸ ਉੱਤੇ ਗੰਭੀਰ ਹਮਲੇ ਦੇ ਦੋਸ਼ ਲਗਾਏ ਜਾਣ ਦੀ ਉਮੀਦ ਹੈ। ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਔਰਤ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਤੋਂ ਬਾਅਦ ਇਸ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਔਰਤ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਉਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਕੰਮ ਕਰ ਰਹੇ ਨੇ। ਸ਼ੁੱਕਰਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਕਿ ਇਹ ਘਟਨਾ ਸਾਡੇ ਸ਼ਹਿਰ ਵਿੱਚ ਇੱਕ ਨਿਰਦੋਸ਼ ਵਿਅਕਤੀ ਉੱਤੇ ਬੇਤਰਤੀਬ ਹਿੰਸਕ ਹਮਲਾ ਹੋਣ ਦੀ ਉਦਾਹਰਣ ਹੈ। ਹਾਲਾਂਕਿ ਇਸ ਵਿਸ਼ੇਸ਼ ਕੇਸ ਦੇ ਤੱਥਾਂ ਨੂੰ ਨਿਰਧਾਰਤ ਅਤੇ ਜਨਤਕ ਨਹੀਂ ਕੀਤਾ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਅਜਿਹੀਆਂ ਕਾਰਵਾਈਆਂ ਦੇ ਮੂਲ ਕਾਰਨ ਦਾ ਪਤਾ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਟੋਰੀ ਨੇ ਸੂਬਾਈ ਅਤੇ ਸੰਘੀ ਸਰਕਾਰਾਂ ਨੂੰ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਦੇ ਇਲਾਜਾਂ ਵਿੱਚ ਨਿਵੇਸ਼ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਕਿ ਸ਼ਹਿਰ ਨੂੰ ਪੁਲਿਸ ਦਾ ਸਮਰਥਨ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਸਭ ਤੋਂ ਤਾਜ਼ਾ ਸਿਟੀ ਬਜਟ ਯੋਜਨਾ ਵਿੱਚ ਪ੍ਰਸਤਾਵਿਤ ਕੀਤਾ ਹੈ। ਟੋਰਾਂਟੋ ਦੇ ਪੁਲਿਸ ਬਜਟ ਵਿੱਚ ਲਗਭਗ $50 ਮਿਲੀਅਨ ਦਾ ਵਾਧਾ ਕਰਨ ਦਾ ਪ੍ਰਸਤਾਵ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਫੋਰਸ ਦੇ ਬੋਰਡ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਆਲੋਚਕਾਰਾਂ ਦੇ ਰੌਲੇ ਦੇ ਬਾਵਜੂਦ ਜਿਨ੍ਹਾਂ ਨੇ ਕਿਹਾ ਸੀ ਕਿ ਪੈਸਾ ਘੱਟ ਫੰਡ ਵਾਲੀਆਂ ਕਮਿਊਨਿਟੀ ਸੇਵਾਵਾਂ ਵਿੱਚ ਬਿਹਤਰ ਢੰਗ ਨਾਲ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ। ਫਿਰ ਕੈਨੇਡਾ ਵਿੱਚ ਰਹਿਣ ਵਾਲੇ ਜਿਮੀ ਸੰਧੂ ਦਾ ਥਾਈਲੈਂਡ ਵਿੱਚ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ, ਜਿਮੀ ਦੀ ਹੱਤਿਆ 4 ਫਰਵਰੀ 2022 ਵਿੱਚ ਹੋਈ ਸੀ ਤੇ ਨਾਲ ਹੀ ਸੰਧੂ ਨੂੰ 2016 ਵਿੱਚ ਗੰਭੀਰ ਅਪਰਾਧ ਲਈ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। RCMP ਦਾ ਕਹਿਣਾ ਹੈ ਕਿ ਹਾਲੇ ਤੱਕ ਕਾਤਲਾਂ ਦਾ ਪਤਾ ਨਹੀਂ ਲੱਗ ਪਾਇਆ। ਜਿਮੀ ਸਿੰਘ ਸੰਧੂ ਜਿਹਦੀ 4 ਫਰਵਰੀ 2022 ਨੂੰ ਫੂਕੇਟ ਥਾਈਲੈਂਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੰਧੂ ਨੂੰ 2016 ਵਿੱਚ ਗੰਭੀਰ ਅਪਰਾਧ ਲਈ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਉਹ ਫਰੇਜ਼ਰ ਵੈਲੀ ਵਿੱਚ ਪੈਦਾ ਹੋਏ ਗੈਂਗ ਵਿੱਚ ਇੱਕ ਮੋਹਰੀ ਸ਼ਖਸੀਅਤ ਰਿਹਾ, ਜਿੱਥੇ 32 ਸਾਲਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਬਿਤਾਇਆ। ਉਹ ਆਪਣੀ ਦਾਦੀ ਨਾਲ ਰਹਿਣ ਲਈ 7 ਸਾਲ ਦੀ ਉਮਰ ਵਿੱਚ ਪੰਜਾਬ ਤੋਂ ਐਬਟਸਫੋਰਡ ਚਲੇ ਗਏ ਸਨ। ਉਹਨਾਂ ਨੇ ਕਦੇ ਵੀ ਕੈਨੇਡਾ ਦੀ ਨਾਗਰਿਕਤਾ ਹਾਸਲ ਨਹੀਂ ਕੀਤੀ। ਆਪਣੀ ਜਵਾਨੀ ਵਿੱਚ ਸੰਧੂ ਮੁਸੀਬਤ ਵਿੱਚ ਫਸ ਗਏ ਸਨ, ਪਹਿਲਾਂ ਸਕੂਲ ਦੇ ਵਿੱਚ ਅਤੇ ਬਾਅਦ ਵਿੱਚ ਪੁਲਿਸ ਦੇ ਨਾਲ। 2010 ਅਤੇ 2022 ਵਿੱਚ ਹਿੰਸਕ ਹਮਲਿਆਂ ਲਈ ਦੋਸ਼ੀ ਠਹਿਰਾਏ ਜਾਣ ਨੇ ਉਸ ਦੇ ਅੰਤਿਮ ਤੌਰ ਉੱਤੇ ਬਰਖਾਸਤ ਕਰਨ ਦਾ ਰਾਹ ਪੱਧਰਾ ਕੀਤਾ। ਘਟਨਾ ਵਿੱਚ ਜਿਮੀ ਸੰਧੂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਦਿਖਾਈ ਦਿੱਤੀ, ਕਿਉਂਕਿ ਉਸਨੇ ਆਪਣੀ ਲਾਲ ਰੈਂਟਲ ਕਾਰ ਲਗਜ਼ਰੀ ਵਿਲਾ ਦੇ ਪਿੱਛੇ ਪਾਰਕ ਕੀਤੀ ਸੀ, ਜਿੱਥੇ ਉਹ ਫੂਕੇਟ ਵਿੱਚ ਫਰੈਂਡਸ਼ਿਪ ਬੀਚ ਦੇ ਬਿਲਕੁਲ ਉੱਤਰ ਵਿੱਚ ਰਹਿ ਰਿਹਾ ਸੀ। ਰਾਤ ਦੇ 10:30 ਵਜੇ 4 ਫਰਵਰੀ 2022 ਨੂੰ ਉਹ ਡਰਾਈਵਿੰਗ ਸੀਟ ਤੋਂ ਬਾਹਰ ਨਿਕਲ ਰਿਹਾ ਸੀ। ਉਹਨੇ ਹਲਕੇ ਰੰਗ ਦੀ ਟੀ-ਸ਼ਰਟ ਅਤੇ ਸ਼ਾਰਟਸ ਨਾਲ ਚੱਪਲ ਪਹਿਨੀ ਹੋਈ ਸੀ। ਸੈਂਟਰਲ ਕੰਸੋਲ ਅਤੇ ਸਨ ਵਿਸ਼ਰ ਤੋਂ ਕੁਝ ਚੀਜ਼ਾਂ ਜਦੋਂ ਉਹ ਨਿਕਾਲ ਰਿਹਾ ਸੀ, ਉਦੋਂ ਹੀ ਉਹਦੇ ਉੱਤੇ ਇੱਕ ਹਮਲਾ ਹੋਇਆ। ਜਿਵੇਂ ਹੀ ਉਸਨੇ ਕਾਰ ਦਾ ਦਰਵਾਜ਼ਾ ਬੰਦ ਕੀਤਾ ਅਤੇ ਵਿਲਾ ਵੱਲ ਮੁੜਿਆ, ਉਸਦੇ ਕਾਤਲਾਂ ਨੇ ਇੱਕ ਕੋਨੇ ਤੋਂ ਆ ਕੇ ਉਹਦੇ ਉੱਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ। ਉਹਦੇ ਕੋਲ ਪ੍ਰਤੀਕਿਰਿਆ ਕਰਨ ਦਾ ਸਮਾਂ ਹੀ ਨਹੀਂ ਸੀ, ਨਾ ਹੀ ਭੱਜਣ ਦਾ ਸਮਾਂ ਸੀ। ਸੈਕਿੰਡਾਂ ਵਿੱਚ ਉਸਦੀ ਪਿੱਠ ਉੱਤੇ ਡਿੱਗ ਗਿਆ ਅਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ ਗਈ। ਬੰਦੂਕਧਾਰੀ ਉਸ ਥਾਂ ਤੋਂ ਫਰਾਰ ਹੋ ਗਏ ਸਨ। ਦਰਜਨਾਂ ਸ਼ੈਲ ਦੇ ਡੱਬੇ ਪੱਥਰਾਂ ਵਿੱਚ ਖਿਲਰੇ ਪਏ। ਉਸ ਦੀ ਮੌਤ ਵਿਲਾ ਦੇ ਬਾਹਰ ਸੁਰੱਖਿਆ ਕੈਮਰਾ ਉੱਤੇ ਵੀ ਕੈਦ ਹੋਈ। ਇਸ ਤੋਂ 8 ਘੰਟੇ ਪਹਿਲਾਂ ਬੀਚ ਫਰੰਟ ਹੋਟਲ ਦੇ ਨਾਲ ਲੱਗਦੇ ਇੱਕ ਕਰਮਚਾਰੀ ਨੂੰ ਉਸ ਦੀ ਲਾਸ਼ ਖੂਨ ਨਾਲ ਲਥਪਥ ਮਿਲੀ, ਜਿਸ ਨਾਲ ਅੰਤਰਰਾਸ਼ਟਰੀ ਖੋਜ ਜਾਰੀ ਕੀਤੀ ਗਈ। ਸੰਧੂ ਦੀ ਕੌਮੀਅਤ ਨੂੰ ਲੈ ਕੇ ਸ਼ੁਰੂਆਤੀ ਤੌਰ ਉੱਤੇ ਪੰਬਲ ਪੂਸਾ ਸੀ, ਕਿਉਂਕਿ ਉਹ ਮਨਦੀਪ ਸਿੰਘ ਦੇ ਨਾਂ ਉੱਤੇ ਕੈਨੇਡੀਅਨ ਪਾਸਪੋਰਟ ਉੱਤੇ ਦੇਸ਼ ਵਿੱਚ ਦਾਖਲ ਹੋਇਆ ਸੀ। ਸੰਧੂ ਦੀ ਫੋਟੋ ਨਾਲ ਕਿਊਬਿਕ ਦੀ ਪਛਾਣ ਵੀ ਸੀ, ਪਰ ਨਾਮ ਅਮਰਜੀਤ ਸਿੰਘ ਸੰਧੂ ਵਜੋਂ ਲਿਖਿਆ ਹੋਇਆ ਸੀ। $4000 ਇੱਕ ਮਹੀਨੇ ਦੇ ਵਿਲਾ ਦੇ ਅੰਦਰ ਨਸ਼ੀਲੇ ਪਦਾਰਥਾਂ ਅਤੇ ਨਕਦੀ ਸਮੇਤ ਵੀ ਪਾਏ ਗਏ ਸਨ। ਖੈਰ, ਇਹ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਕੈਨੇਡਾ ਛੱਡਣ ਲਈ ਮਜਬੂਰ ਕੀਤੇ ਜਾਣ ਤੋਂ ਕਈ ਸਾਲਾਂ ਬਾਅਦ ਵੀ ਉਸਦੇ ਘਰ ਵਾਪਸ ਬਹੁਤ ਸਾਰੇ ਦੁਸ਼ਮਣ ਸੀ। ਉੱਥੇ ਬਜ਼ੁਰਗਾਂ ਲਈ ਫੈਮਿਲੀ ਡਾਕਟਰਸ ਨੂੰ ਲੱਭਣਾ ਹੁਣ ਔਖਾ ਹੋ ਰਿਹਾ ਹੈ। ਇੱਕ ਸਥਾਨਕ ਔਰਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਫੈਮਿਲੀ ਡਾਕਟਰ ਲੱਭਣ ਲਈ ਬਹੁਤ ਸੰਘਰਸ਼ ਕਰਨਾ ਪਿਆ, ਜਿਸ ਨੂੰ ਲੈ ਕੇ ਸਿਹਤ ਮੰਤਰਾਲੇ ਦੇ ਕੈਲਵਿਨ ਸਿੰਪਸਨ ਨੇ ਕਿਹਾ ਹੈ ਕਿ ਉਹਨਾਂ ਵੱਲੋਂ
ਪਰਿਵਾਰਕ ਡਾਕਟਰਾਂ ਦੀ ਸਪਲਾਈ ਨੂੰ ਵਧਾਉਣ ਲਈ ਕੰਮ ਜਾਰੀ ਹੈ। ਇੱਕ ਸਥਾਨਕ ਔਰਤ ਦਾ ਕਹਿਣਾ ਹੈ ਕਿ ਫੈਮਿਲੀ ਡਾਕਟਰ ਨੂੰ ਲੱਭਣਾ ਉਹਨਾਂ ਲਈ ਔਖਾ ਮਹਿਸੂਸ ਹੁੰਦਾ ਹੈ ਜੋ ਉਮਰ ਵਿੱਚ ਵੱਡੇ ਹੁੰਦੇ ਨੇ। BC ਵਿੱਚ ਕਈਆਂ ਲਈ ਫੈਮਿਲੀ ਡਾਕਟਰ ਲੱਭਣਾ ਇੱਕ ਲਗਾਤਾਰ ਮੁੱਦਾ ਬਣ ਰਿਹਾ ਹੈ ਅਤੇ ਇੱਕ ਔਰਤ ਮਹਿਸੂਸ ਕਰਦੀ ਹੈ ਕਿ ਇਹ ਬਜ਼ੁਰਗਾਂ ਲਈ ਔਖਾ ਹੋ ਸਕਦਾ ਹੈ। ਲੈਂਗਲੀ ਦੀ ਇੱਕ 73 ਸਾਲਾ ਵੈਨੇਸਾ ਨੂੰ ਇੱਕ ਪਰਿਵਾਰਕ ਡਾਕਟਰ ਦੀ ਭਾਲ ਵਿੱਚ ਛੱਡ ਦਿੱਤਾ ਗਿਆ ਜਦੋਂ ਉਹ ਬਿਨਾਂ ਕਿਸੇ ਨੋਟਿਸ ਦੇ ਸੇਵਾ ਮੁਕਤ ਹੋ ਗਏ। ਇੱਕ ਦੋਸਤ ਦੁਆਰਾ ਸੂਚਿਤ ਕੀਤੇ ਜਾਣ ਤੋਂ ਬਾਅਦ ਉਸਨੇ ਇੱਕ ਸਥਾਨਕ ਕਲੀਨਿਕ ਦਾ ਦੌਰਾ ਕੀਤਾ ਕਿ ਇਹ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰ ਰਹੇ ਨੇ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਕਲੀਨਿਕ ਨੂੰ ਇੱਕ ਪਰਿਵਾਰਕ ਕਲੀਨਿਕ ਵਜੋਂ ਇਸ਼ਤਿਹਾਰ ਦਿੱਤਾ ਗਿਆ ਸੀ। ਹਾਲਾਂਕਿ ਉਹ ਕਹਿੰਦੀ ਹੈ ਕਿ ਜਦੋਂ ਉਸਨੇ ਪੁੱਛਗਿੱਛ ਕੀਤੀ ਤਾਂ ਉਹਨੂੰ ਪਤਾ ਲੱਗਿਆ ਕਿ ਉਹਨੂੰ ਦੱਸਿਆ ਗਿਆ ਕਿ ਕਲੀਨਿਕ ਸਿਰਫ ਛੋਟੇ ਮਰੀਜ਼ਾਂ ਨੂੰ ਹੀ ਸਵੀਕਾਰ ਕਰਦਾ ਹੈ ਕਿਉਂਕਿ ਡਾਕਟਰ ਬੱਚਿਆਂ ਵਿੱਚ ਮਾਹਿਰ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੀ ਉਮਰ ਕਿੰਨੀ ਹੈ, ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਜ਼ਿਆਦਾ ਜ਼ਰੂਰੀ ਹੈ। ਉਹਨਾਂ ਨੇ 2 ਹੋਰ ਕਲੀਨਿਕਾਂ ਵਿੱਚ ਦੇਖਿਆ ਅਤੇ ਸਿਰਫ ਵਾਕ-ਇਨ ਕਲੀਨਿਕ ਨਾਲ ਰਜਿਸਟਰ ਕਰਨ ਦੇ ਯੋਗ ਸੀ। ਉਹਨਾਂ ਦੇ ਉਸ ਤੋਂ ਬਾਅਦ ਪਰਿਵਾਰਕ ਡਾਕਟਰ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਨਹੀਂ ਜਾਣਦੇ ਸਨ ਅੱਗੇ ਕੀ ਕਰਨਾ ਹੈ। ਫੈਮਿਲੀ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਫਿਰ ਐਮਰਜੈਂਸੀ ਵਿੱਚ। ਵੈਨੇਸਾ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਪਤੀ ਪੀਟਰ ਦੋਵੇਂ ਸ਼ੁਕਰ ਹੈ ਕਿ ਅਜੇ ਵੀ ਸਿਹਤਮੰਦ ਨੇ। ਉਹਨਾਂ ਨੇ ਦੇਖਿਆ ਕਿ ਜਦੋਂ ਉਸਨੇ ਸੋਸ਼ਲ ਮੀਡੀਆ ਵਿੱਚ ਆਪਣੇ ਤਜਰਬੇ ਬਾਰੇ ਪੋਸਟ ਕੀਤਾ ਸੀ ਤੇ ਕਈ ਹੋਰ ਲੋਕਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਵੀ ਪਰਿਵਾਰਕ ਡਾਕਟਰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਹੋਰ ਲੋਕ ਕੀ ਕਹਿ ਰਹੇ ਨੇ, ਇਸ ਦੇ ਆਧਾਰ ਉੱਤੇ ਇਹ ਸੰਕੇਤ ਮਿਲਦਾ ਹੈ ਕਿ ਉਹਨਾਂ ਲਈ ਲੋੜੀਂਦਾ ਸਿਹਤ ਦੇਖਭਾਲ ਲੱਭਣਾ ਵਧੇਰਾ ਮੁਸ਼ਕਿਲ ਹੋ ਰਿਹਾ ਹੈ। ਇੱਕ ਬਿਆਨ ਵਿੱਚ ਸਿਹਤ ਮੰਤਰਾਲੇ ਦੇ ਕੈਲਵਿਨ ਸਿੰਪਸਨ ਨੇ ਕਿਹਾ ਕਿ ਪ੍ਰਾਇਮਰੀ ਕੇਅਰ ਸੇਵਾਵਾਂ ਤੱਕ ਪਹੁੰਚ ਵਧਾਉਣਾ ਇੱਕ ਪ੍ਰਮੁੱਖ ਤਰਜੀਹ ਬਣਦਾ ਜਾ ਰਿਹਾ ਹੈ। ਸਿੰਪਸਨ ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ਵਿੱਚ ਪਰਿਵਾਰਕ ਡਾਕਟਰਾਂ ਦੀ ਉਹਨਾਂ ਦੀ ਸਪਲਾਈ ਨੂੰ ਵਧਾਉਣ ਲਈ ਮਹੱਤਵਪੂਰਨ ਸੁਧਾਰ ਕੀਤੇ ਜਾ ਰਹੇ ਨੇ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਅਭਿਆਸ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਡਾਕਟਰਾਂ ਲਈ ਰੁਕਾਵਟਾਂ ਨੂੰ ਘਟਾਉਣਾ ਹੈ। UBC ਫੈਕਲਟੀ ਆਫ ਫੈਮਿਲੀ ਮੈਡੀਸਿਨ ਵਿੱਚ ਅੰਡਰਗ੍ਰੈਜੂਏਟ ਅਤੇ ਰੈਜ਼ੀਡੈਂਸੀ ਸੀਟਾਂ ਦਾ ਵਿਸਤਾਰ ਕਰਨਾ ਅਤੇ ਨਵੇਂ ਤੋਂ ਪ੍ਰੈਕਟਿਸ ਪ੍ਰਦਾਨ ਕਰਨਾ ਸ਼ਾਮਿਲ ਹੈ। ਕਈ ਨਿਵਾਸੀ ਅਤੇ ਹਾਲ ਹੀ ਦੇ ਗ੍ਰੈਜੂਏਟ ਡਾਕਟਰਾਂ ਨੂੰ ਪਰਿਵਾਰਕ ਦਵਾਈ ਅਤੇ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਸਿੰਪਸਨ ਦਾ ਇਹ ਵੀ ਕਹਿਣਾ ਹੈ ਕਿ ਮੰਤਰਾਲਾ ਮੈਟਰੋ ਵੈਂਕੂਵਰ ਦੇ ਬਹੁਤ ਸਾਰੇ ਜ਼ਰੂਰੀ ਅਤੇ ਪ੍ਰਾਇਮਰੀ ਕੇਅਰ ਸੈਂਟਰਾਂ ਵਿੱਚ ਜਾਣ ਲਈ ਪ੍ਰਾਇਮਰੀ ਕੇਅਰ ਦੀ ਮੰਗ ਕਰਨ ਵਾਲੇ ਬਜ਼ੁਰਗਾਂ ਅਤੇ ਹੋਰ ਮਰੀਜ਼ਾਂ ਨੂੰ ਉਤਸ਼ਾਹਿਤ ਕਰਦਾ ਹੈ। BC ਨੇ ਪਰਿਵਾਰਕ ਡਾਕਟਰਾਂ ਲਈ ਇੱਕ ਨਵੇਂ ਮੁਆਵਜ਼ੇ ਦੇ ਮਾਡਲ ਦਾ ਵੀ ਐਲਾਨ ਕੀਤਾ। ਇਹ ਵੀ ਕਿਹਾ ਗਿਆ ਕਿ ਮਰੀਜ਼ 811 ਉੱਤੇ ਕਾਲ ਕਰ ਸਕਦੇ ਨੇ, ਜਿੱਥੇ BC ਵਿੱਚ ਉਪਲਬਧ ਮੁਫਤ ਸੂਬਾਈ ਸਿਹਤ ਜਾਣਕਾਰੀ ਅਤੇ ਸਲਾਹ ਵੀ ਮਿਲ ਸਕਦੀ ਹੈ। ਉੱਥੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਪ੍ਰੋਵਿੰਸ ਅਤੇ ਫੈਡਰਲ ਸਰਕਾਰ ਵਿਚਕਾਰ ਹੈਲਥ ਕੇਅਰ ਫੰਡਿੰਗ ਉੱਤੇ ਵਿਅਕਤੀਗਤ ਸੌਦੇ ਨਹੀਂ ਹੋਣਗੇ। ਪ੍ਰੋਵਿੰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਓਟਾਵਾ ਨੂੰ ਸਿਹਤ ਸੰਭਾਲ ਖਰਚਿਆਂ ਵਿੱਚ ਆਪਣਾ ਹਿੱਸਾ ਵਧਾਉਣਾ ਚਾਹੀਦਾ ਹੈ। ਦੇਸ਼ ਭਰ ਦੇ ਪ੍ਰੀਮੀਅਰਜ਼ ਅਤੇ ਸਿਹਤ ਮੰਤਰੀਆਂ ਨੇ ਓਟਾਵਾ ਨੂੰ ਸਿਹਤ ਸੰਭਾਲ ਖਰਚਿਆਂ ਵਿੱਚ ਆਪਣਾ ਹਿੱਸਾ 35% ਕਰਨ ਲਈ ਕਿਹਾ, ਜੋ ਮੌਜੂਦਾ 22% ਤੋਂ ਵੱਧ ਹੈ। ਫੋਰਡ ਦਾ ਕਹਿਣਾ ਹੈ ਕਿ ਸਾਰੇ ਪ੍ਰੀਮੀਅਰ ਇਕੱਠੇ ਕੰਮ ਕਰਨ ਅਤੇ ਇਕਜੁੱਟ ਰਹਿਣ ਲਈ ਸਹਿਮਤ ਹੋਏ ਨੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਪ੍ਰੋਵਿੰਸਾਂ ਅਤੇ ਫੈਡਰਲ ਸਰਕਾਰ ਵਿੱਚ ਹੈਲਥ ਕੇਅਰ ਫੰਡਿੰਗ ਉੱਤੇ ਵਿਅਕਤੀਗਤ ਸੌਦੇ ਨਹੀਂ ਹੋਣਗੇ। ਲੰਡਨ, ਓਨਟਾਰੀਓ ਵਿੱਚ ਇੱਕ ਘੋਸ਼ਣਾ ਵਿੱਚ ਬੋਲਦਿਆਂ ਫੋਰਡ ਨੇ ਕਿਹਾ ਕਿ ਉਹ ਹਮੇਸ਼ਾ 12 ਹੋਰ ਪ੍ਰੀਮੀਅਰ ਨਾਲ ਸਲਾਹ ਮਸ਼ਵਰਾ ਕਰਦਾ ਹੈ ਅਤੇ ਓਨਟਾਰੀਓ ਲਈ ਇੱਕ ਵਾਰੀ ਅਤੇ ਕਿਸੇ ਹੋਰ ਲਈ ਕੋਈ ਸੌਦਾ ਨਹੀਂ ਹੋਵੇਗਾ। ਉਸਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਓਨਟਾਰੀਓ ਵਿੱਚ ਇੱਕ ਵਧੇ ਹੋਏ ਕੈਨੇਡਾ ਹੈਲਥ ਟ੍ਰਾਂਸਫਰ ਨਾਲ ਜੁੜੀਆਂ ਕੁਝ ਸਤਰਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ, ਜਦੋਂ ਤੱਕ ਕੁਝ ਲਚਕੀਲਾਪਨ ਸ਼ਾਮਿਲ ਹੈ। ਫੋਰਡ ਨੇ ਇਸ ਗੱਲ ਦਾ ਕੋਈ ਸੰਕੇਤ ਹਲੇ ਤੱਕ ਨਹੀਂ ਦਿੱਤਾ ਹੈ ਕਿ ਕੋਈ ਸੌਦਾ ਨੇੜਿਓਂ ਹੈ ਜਾਂ ਨਹੀਂ। ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਯਾਨੀ ਹਰਸਿਮਰਤ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਜਾਣ ਤੋਂ ਪਹਿਲਾਂ ਇੱਕ ਰੁਕ ਕਰਾਂਗੇ ਅੱਜ ਦੀਆਂ ਕੁਝ ਖਾਸ ਹੈਡਲਾਈਨਸ ਤੇ। ਕੋਵਿਡ-19 ਦੇ ਨਵੇਂ ਵੇਰੀਐਂਟ ਦਾ ਕਹਿਰ ਲਗਾਤਾਰ ਜਾਰੀ। ਸਿਹਤ ਅਧਿਕਾਰੀਆਂ ਦਾ ਕਹਿਣਾ ਬੂਸਟਰ ਸ਼ਾਟਸ ਦੀ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਵਰਤੋਂ। ਟੋਰਾਂਟੋ ਡਾਊਨਟਾਊਨ ਵਿੱਚ ਦਿਨ ਦਿਹਾੜੇ ਹੋਇਆ ਹਮਲਾ, ਜਾਨਲੇਵਾ ਹਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਹੋਈ ਮੌਤ। ਕੈਨੇਡਾ ਵਿੱਚ ਰਹਿਣ ਵਾਲੇ ਜਿਮੀ ਸੰਧੂ ਦੀ ਥਾਈਲੈਂਡ ਵਿੱਚ ਮੌਤ ਦਾ ਮਾਮਲਾ। RCMP ਨੇ ਕਿਹਾ ਕਾਤਲਾਂ ਦਾ ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ। ਬਜ਼ੁਰਗਾਂ ਲਈ ਫੈਮਿਲੀ ਡਾਕਟਰ ਲੱਭਣਾ ਹੋ ਰਿਹਾ ਮੁਸ਼ਕਿਲ, ਪਰਿਵਾਰਕ ਡਾਕਟਰਾਂ ਦੀ ਸਪਲਾਈ ਨੂੰ ਵਧਾਉਣ ਲਈ ਕੰਮ ਜਾਰੀ। ਕੈਨੇਡਾ ਦੇ ਪ੍ਰੀਮੀਅਰਸ ਦੀ ਦਿਖਾਈ ਦਿੱਤੀ ਇਕਜੁੱਟਤਾ, ਪ੍ਰੋਵਿੰਸ ਦੀ ਮੰਗ ਓਟਾਵਾ ਸਿਹਤ ਸੰਭਾਲ ਖਰਚਿਆਂ ਵਿੱਚ ਵਧਾਏ ਆਪਣਾ ਹਿੱਸਾ।